ਪੁੱਤ ਦੇਖ ਤਾਂ ਤੇਰੇ ਪਿਤਾ ਜੀ ਦੀ ਤਬੀਅਤ ਠੀਕ ਨਹੀਂ ਲੱਗ ਰਹੀ। ਤੂੰ ਉਹਨਾਂ ਨੂੰ ਡਾਕਟਰ ਦੇ ਕੋਲ ਦਿਖਾ ਲਿਆ। ਉਹਨਾਂ ਦੇ ਹੱਥ ਪੈਰ ਸੁੰਨ ਹੋ ਰਹੇ ਹਨ। ਸਰੀਰ ਵੀ ਢਿੱਲਾ ਜਿਹਾ ਲੱਗ ਰਿਹਾ ਹੈ। ਸਿਮਰਨ ਜੀ ਨੇ ਆਪਣੇ ਵੱਡੇ ਪੁੱਤ ਅੰਕੁਸ਼ ਨੂੰ ਕਿਹਾ। ਅੰਕੁਸ਼ ਜੋ ਆਪਣੇ ਦਫ਼ਤਰ ਦੇ ਕੰਮ ਵਿੱਚ ਲੱਗਿਆ ਹੋਇਆ ਸੀ, ਆਪਣੀ ਮਾਂ ਦੀ ਗੱਲ ਨੂੰ ਸੁਣ ਕੇ ਵੀ ਅਣਸੁਣਾ ਕਰ ਰਿਹਾ ਸੀ। ਥੋੜ੍ਹੀ ਦੇਰ ਤੱਕ ਸਿਮਰਨ ਜੀ ਆਸ਼ਾ ਭਰੀ ਨਿਗਾਹਾਂ ਨਾਲ ਉਸਦੀ ਤਰਫ ਦੇਖਦੀ ਰਹੀ, ਪਰੰਤੂ ਉਸਨੇ ਕੋਈ ਜਵਾਬ ਨਹੀਂ ਦਿੱਤਾ। ਪੁੱਤ ਅੰਕੁਸ਼, ਸਿਮਰਨ ਜੀ ਉਸ ਨੂੰ ਦੁਬਾਰਾ ਕਹਿਣ ਹੀ ਲੱਗੀ ਸੀ ਕਿ ਇੰਨੇ ਵਿੱਚ ਉਸਦੀ ਪਤਨੀ ਅਮਨ ਬਾਹਰ ਆਈ, ਜੋ ਸਿਰਫ ਨਾਮ ਦੀ ਅਮਨ ਹੈ ਪਰ ਮੂੰਹ ਦੀ ਬਹੁਤ ਕੌੜੀ ਹੈ। ਖਿਝਦੇ ਹੋਏ ਬੋਲੀ, ਮਾਂ ਤੁਸੀਂ ਦੇਖ ਤਾਂ ਰਹੀ ਹੋ ਕਿ ਇਹ ਆਪਣੇ ਦਫ਼ਤਰ ਦਾ ਕੰਮ ਕਰ ਰਹੇ ਹਨ। ਤੁਹਾਡੀ ਤਾਂ ਦਿਨ ਭਰ ਦੀ ਫਰਿਆਦ ਹੀ ਖਤਮ ਨਹੀਂ ਹੁੰਦੀ। ਹੁਣ ਇਹ ਦਫ਼ਤਰ ਦਾ ਕੰਮ ਕਰਨ ਜਾਂ ਤੁਸੀਂ ਦੋਨਾਂ ਦੀ ਸੇਵਾ ਵਿੱਚ ਹੀ ਲੱਗੇ ਰਹਿਣ। ਆਪਣੀ ਵੱਡੀ ਨੂੰ ਅਮਨ ਤੋਂ ਕੜਵਾਹਟ ਭਰੀ ਗੱਲਾਂ ਸੁਣ ਕੇ ਸਿਮਰਨ ਜੀ ਨੇ ਆਪਣੇ ਛੋਟੇ ਪੁੱਤ ਦਾ ਦਰਵਾਜ਼ਾ ਖੜਕਾਇਆ। ਜਦ ਹੀ ਛੋਟੀ ਨੂੰ ਸ਼ਾਂਤੀ ਬਾਹਰ ਆਈ। ਸ਼ਾਂਤੀ ਦਾ ਨਾਮ ਵੀ ਉਸਦੇ ਸੁਭਾਅ ਦੇ ਬਿਲਕੁਲ ਉਲਟ ਸੀ। ਕਿਆ ਗੱਲ ਹੈ ਮਾਂ ਜੀ, ਕਿਉਂ ਦਰਵਾਜ਼ਾ ਖੜਕਾ ਰਹੀ ਹੋ? ਇੱਕ ਐਤਵਾਰ ਦਾ ਦਿਨ ਮਿਲਦਾ ਹੈ ਆਰਾਮ ਕਰਨੇ ਨੂੰ, ਉਸ ਦਿਨ ਵੀ ਚੈਨ ਨਾਲ ਨਹੀਂ ਸੌਣ ਦਿੰਦੀ। ਉਹ ਗੱਲ ਤਾਂ ਠੀਕ ਹੈ ਨੂੰਹ, ਜੇਕਰ ਜ਼ਰੂਰੀ ਗੱਲ ਨਾ ਹੁੰਦੀ ਤਾਂ ਨਾ ਉਠਾਉਂਦੀ। ਤੇਰੇ ਪਿਤਾ ਜੀ ਦੀ ਤਬੀਅਤ ਠੀਕ ਨਹੀਂ ਹੈ। ਪਰ ਮਾਂ ਜੀ ਤੁਸੀਂ ਵੱਡੇ ਭਾਈ ਨੂੰ ਵੀ ਤਾਂ ਕਹਿ ਸਕਦੀ ਹੋ ਨਾ। ਪਿਛਲੀ ਵਾਰ ਵੀ ਇਹੀ ਲੈ ਕੇ ਗਏ ਸੀ ਪਿਤਾ ਜੀ ਨੂੰ ਹਸਪਤਾਲ। ਡਾਕਟਰ ਦੀ ਫੀਸ ਕਿੰਨੀ ਮਹਿੰਗੀ ਹੈ ਅਤੇ ਉੱਪਰ ਤੋਂ 10 ਤਰ੍ਹਾਂ ਦੇ ਟੈਸਟ ਦੱਸ ਦੇਗਾ। ਉਸ ਦੇ ਬਾਅਦ ਦਵਾਈ ਖਰੀਦੋ ਉਹ ਅਲੱਗ। ਸਾਡੇ ਕੋਲ ਕਿਆ ਪੈਸਿਆਂ ਦਾ ਪੇੜ ਉੱਗਿਆ ਹੈ? ਇਹੋ ਜਿਹਾ ਕਹਿ ਕੇ ਛੋਟੀ ਨੂੰਹ ਨੇ ਦਰਵਾਜ਼ਾ ਫਿਰ ਤੋਂ ਬੰਦ ਕਰ ਦਿੱਤਾ। ਆਪਣੇ ਪੁੱਤਾਂ ਦੇ ਹਿੱਸੇ ਦਾ ਜਵਾਬ ਦੋਵੇਂ ਨੂੰਹਾਂ ਤੋਂ ਪਾ ਕੇ ਸਿਮਰਨ ਜੀ ਬਹੁਤ ਜ਼ਿਆਦਾ ਲਾਚਾਰ ਮਹਿਸੂਸ ਕਰ ਰਹੀ ਸੀ। ਉਹਨਾਂ ਦੀ ਅੱਖਾਂ ਹੰਝੂਆਂ ਨਾਲ ਭਰ ਆਈ। ਫਿਰ ਆਪਣੀ ਅੱਖਾਂ ਦੇ ਹੰਝੂ ਆਪਣੇ ਪੱਲੂ ਨਾਲ ਪੂੰਝਦੇ ਹੋਏ ਵਾਪਿਸ ਕਮਰੇ ਵਿੱਚ ਚਲੀ ਗਈ, ਜਿੱਥੇ ਉਹਨਾਂ ਦੇ ਪਤੀ ਬਲਜੀਤ ਸਿੰਘ ਜੀ ਆਸ਼ਾ ਭਰੀ ਨਜ਼ਰਾਂ ਨਾਲ ਉਹਨਾਂ ਦੀ ਤਰਫ ਦੇਖ ਰਹੇ ਸੀ। ਫਿਰ ਆਪਣਾ ਦਰਦ ਛੁਪਾਉਂਦੇ ਹੋਏ ਚਿਹਰੇ ਪਰ ਫਿੱਕੀ ਜਿਹੀ ਮੁਸਕਾਨ ਲਈ ਸਿਮਰਨ ਜੀ ਬੋਲੀ, ਉਹ ਪੂਰਾ ਹਫ਼ਤਾ ਕੰਮ ਕਰਦੇ ਕਰਦੇ ਬੱਚੇ ਥੱਕ ਜਾਂਦੇ ਹੈ ਨਾ, ਇਸ ਲਈ ਮੈਂ ਉਹਨਾਂ ਨੂੰ ਕਿਹਾ ਹੀ ਨਹੀਂ। ਮੈਂ ਹੀ ਤੁਹਾਨੂੰ ਹਸਪਤਾਲ ਲੈ ਚੱਲਦੀ ਹਾਂ। ਅਰੇ ਸਿਮਰਨ, ਤੈਨੂੰ ਪਤਾ ਹੈ ਕਿ ਮੈਂ ਤੇਰਾ ਝੂਠ ਫੜ ਲੈਂਦਾ ਹਾਂ। ਕਿਆ ਮੈਨੂੰ ਨਹੀਂ ਪਤਾ ਕਿ ਤੇਰੇ ਦੋਵੇਂ ਲਾਇਕ ਪੁੱਤਾਂ ਨੇ ਤੈਨੂੰ ਕਿਆ ਜਵਾਬ ਦਿੱਤਾ ਹੋਗਾ। ਅਰੇ ਤੁਸੀਂ ਵੀ ਕੈਸੀ ਗੱਲਾਂ ਲੈ ਕੇ ਬੈਠ ਗਏ। ਮੈਂ ਹਾਂ ਨਾ ਤੁਹਾਡੇ ਨਾਲ। ਇਹੋ ਜਿਹਾ ਕਹਿੰਦੇ ਹੋਏ ਜਿਵੇਂ ਤਿਵੇਂ ਆਪਣੇ ਪਤੀ ਨੂੰ ਸੰਭਾਲ ਕੇ ਸਿਮਰਨ ਜੀ ਉਹਨਾਂ ਨੂੰ ਕੋਲ ਦੇ ਹਸਪਤਾਲ ਲੈ ਗਈ। ਪਰ ਡਾਕਟਰ ਨੇ ਕਿਸੇ ਗੰਭੀਰ ਬਿਮਾਰੀ ਦਾ ਅੰਦੇਸ਼ਾ ਦੱਸਦੇ ਹੋਏ ਉਹਨਾਂ ਨੂੰ ਦਿੱਲੀ ਦੇ ਇੱਕ ਬੜੇ ਹਸਪਤਾਲ ਵਿੱਚ ਦਿਖਾਉਣੇ ਦੇ ਲਈ ਕਿਹਾ। ਮਨ ਮਸੋਸ ਕੇ ਸਿਮਰਨ ਜੀ ਅਤੇ ਬਲਜੀਤ ਸਿੰਘ ਜੀ ਘਰ ਮੁੜ ਆਏ। ਰਾਤ ਦੇ ਸਮੇਂ ਬਲਜੀਤ ਸਿੰਘ ਜੀ ਤਾਂ ਸੋ ਗਏ, ਪਰ ਸਿਮਰਨ ਜੀ ਦੀ ਅੱਖਾਂ ਤੋਂ ਨੀਂਦ ਗਾਇਬ ਸੀ। ਸੋਚਣ ਲੱਗੀ ਕਿ ਇਸ ਉਮਰ ਵਿੱਚ ਜਦ ਸਰੀਰ ਸਾਥ ਨਹੀਂ ਦਿੰਦਾ ਹੈ ਤਾਂ ਬੱਚੇ ਵੀ ਕਿਵੇਂ ਦੂਰ ਹੋ ਜਾਂਦੇ ਹਨ। ਆਪਣੇ ਬੁੱਢੇ ਮਾਂ-ਬਾਪ ਦੀ ਜਰਾ ਵੀ ਪਰਵਾਹ ਨਹੀਂ ਹੈ। ਮਾਂ-ਬਾਪ ਤਾਂ ਜਿਵੇਂ ਉਹਨਾਂ ਦੀ ਦੁਨੀਆ ਵਿੱਚ ਹੁਣ ਆਉਂਦੇ ਹੀ ਨਹੀਂ। ਜਦ ਆਪਣੀ ਸਾਰੀ ਬੱਚਤ ਨੂੰ ਅਸੀਂ ਬੱਚਿਆਂ ਦੀ ਪੜ੍ਹਾਈ ਲਿਖਾਈ ਅਤੇ ਉਹਨਾਂ ਦਾ ਕਰੀਅਰ ਬਣਾਉਣੇ ਵਿੱਚ ਲਗਾ ਦਿੱਤਾ ਸੀ ਤਾਂ ਬਿਲਕੁਲ ਨਹੀਂ ਸੋਚਿਆ ਸੀ ਕਿ ਇਹੋ ਜਿਹੀ ਨੌਬਤ ਵੀ ਆਏਗੀ ਕਿ ਦੋਵੇਂ ਬੱਚੇ ਪਾਈ ਨੂੰ ਮੁਹਤਾਜ ਕਰ ਦੇਣਗੇ। ਜਿਸ ਇਨਸਾਨ ਨੇ ਆਪਣੀ ਸਾਰੀ ਉਮਰ ਦੀ ਕਮਾਈ ਹੋਈ ਦੌਲਤ ਆਪਣੇ ਬੱਚਿਆਂ ਦੇ ਨਾਮ ਕਰ ਦਿੱਤੀ, ਉਸ ਇਨਸਾਨ ਦੇ ਇਲਾਜ ਦੇ ਲਈ ਅੱਜ ਉਹਨਾਂ ਦੇ ਕੋਲ ਪੈਸੇ ਨਹੀਂ ਹਨ। ਜਦ ਪੁੱਤਾਂ ਨੂੰ ਹੀ ਚਿੰਤਾ ਨਹੀਂ ਹੈ ਤਾਂ ਨੂੰਹਾਂ ਤੋਂ ਕਿਆ ਉਮੀਦ ਕਰਾਂ। ਪਤੀ ਨੂੰ ਬੜੇ ਹਸਪਤਾਲ ਵਿੱਚ ਦਿਖਾਉਣੇ ਦੇ ਲਈ ਪੈਸਾ ਕਿੱਥੇ ਤੋਂ ਆਵੇਗਾ? ਇਹ ਸੋਚ ਕੇ ਸਿਮਰਨ ਜੀ ਦਾ ਦਿਲ ਬੈਠਾ ਜਾ ਰਿਹਾ ਸੀ। ਅੱਧੀ ਰਾਤ ਹੋ ਚੱਲੀ ਸੀ
ਜਦੀ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਪਤੀ ਜਾਗ ਰਹੇ ਹਨ। ਉਹਨਾਂ ਦੀ ਤਰਫ ਦੇਖਿਆ ਤਾਂ ਉਹ ਆਪਣੀ ਛਾਤੀ ਫੜ ਕੇ ਛਟਪਟਾ ਰਹੇ ਸੀ। ਉਹਨਾਂ ਦੀ ਅੱਖਾਂ ਹੈਰਾਨੀ ਨਾਲ ਖੁੱਲ੍ਹੀ ਹੋਈ ਸੀ। ਸਿਮਰਨ ਜੀ ਨੇ ਤੁਰੰਤ ਆਪਣੇ ਦੋਵੇਂ ਪੁੱਤਾਂ ਦੇ ਕਮਰੇ ਦੇ ਦਰਵਾਜ਼ੇ ਨੂੰ ਖੜਕਾਇਆ ਅਤੇ ਜ਼ੋਰ-ਜ਼ੋਰ ਨਾਲ ਉਹਨਾਂ ਨੂੰ ਪੁਕਾਰਿਆ, ਦੇਖੋ ਤੁਹਾਡੇ ਪਿਤਾ ਜੀ ਨੂੰ ਕਿਆ ਹੋ ਗਿਆ ਹੈ। ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਪਾਉਂਦੇ, ਬਲਜੀਤ ਸਿੰਘ ਜੀ ਇਸ ਦੁਨੀਆ ਤੋਂ ਚਲੇ ਗਏ ਸੀ। ਸਿਮਰਨ ਜੀ ਦੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ ਸੀ। ਪਰ ਆਉਣੇ ਵਾਲੇ ਸਮੇਂ ਵਿੱਚ ਕਿਆ ਦੇਖਣਾ ਪਵੇਗਾ, ਇਸ ਦੀ ਤਾਂ ਉਹਨਾਂ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਸੀ। ਬਲਜੀਤ ਸਿੰਘ ਜੀ ਦੀ 13ਵੀਂ ਦੇ ਬਾਅਦ ਤੋਂ ਹੀ ਦੋਵੇਂ ਭਾਈਆਂ ਵਿੱਚ ਝਗੜਾ ਹੋਣ ਲੱਗਾ ਅਤੇ ਇੰਨਾ ਵੱਧ ਗਿਆ ਕਿ ਮਕਾਨ ਦੇ ਬਟਵਾਰੇ ਦੀ ਵੀ ਨੌਬਤ ਆ ਗਈ। ਪਰ ਇਸ ਵਿੱਚ ਸਭ ਤੋਂ ਬੜੀ ਪਰੇਸ਼ਾਨੀ ਇਹ ਸੀ ਕਿ ਮਕਾਨ ਵਿੱਚ ਸਿਰਫ 4 ਕਮਰੇ ਸੀ। ਦੋਵੇਂ ਨੂੰਹਾਂ ਨੇ ਆਪਣੇ ਲਈ 2-2 ਕਮਰੇ ਤੈਅ ਕਰ ਲਏ ਅਤੇ ਸਿਮਰਨ ਜੀ ਦਾ ਸਮਾਨ ਇੱਕ ਛੋਟੇ ਜਿਹੇ ਸਟੋਰ ਰੂਮ ਵਿੱਚ ਸ਼ਿਫਟ ਕਰ ਦਿੱਤਾ ਗਿਆ। ਦਲੀਲ ਇਹ ਦਿੱਤੀ ਗਈ ਕਿ ਹੁਣ ਪਿਤਾ ਜੀ ਤਾਂ ਹੈ ਨਹੀਂ ਤਾਂ ਸਿਰਫ ਮਾਂ ਜੀ ਨੂੰ ਇੰਨੇ ਬੜੇ ਕਮਰੇ ਦੀ ਕਿਆ ਜ਼ਰੂਰਤ ਹੈ। ਉਹਨਾਂ ਦਾ ਗੁਜ਼ਾਰਾ ਤਾਂ ਸਟੋਰ ਰੂਮ ਵਿੱਚ ਵੀ ਹੋ ਜਾਵੇਗਾ। ਇੱਧਰ ਸਿਮਰਨ ਜੀ ਇਹ ਸੋਚ ਕੇ ਹੈਰਾਨ ਸੀ ਕਿ ਕਿਵੇਂ ਉਹਨਾਂ ਦੇ ਪਤੀ ਦੇ ਜਾਂਦੇ ਹੀ ਉਹਨਾਂ ਦੀ ਜ਼ਿੰਦਗੀ ਨੂੰ ਹਾਸ਼ੀਏ ਪਰ ਰੱਖ ਦਿੱਤਾ ਗਿਆ ਹੈ। ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਤਾਂ ਬਸ ਇੱਕ ਸ਼ੁਰੂਆਤ ਮਾਤਰ ਸੀ। ਸਿਮਰਨ ਜੀ ਦਾ ਆਪਣੀ ਰਸੋਈ ਪਰ ਤੋਂ ਅਧਿਕਾਰ ਸਮਾਪਤ ਹੋ ਚੁੱਕਾ ਸੀ, ਕਿਉਂਕਿ ਨੂੰਹਾਂ ਨੇ ਆਪਣੀ ਰਸੋਈ ਅਲੱਗ-ਅਲੱਗ ਕਰ ਲਈ ਸੀ। ਸਿਮਰਨ ਜੀ ਦਾ ਖਾਣਾ ਵੀ ਨੂੰਹਾਂ ਦੇ ਰਹਿਮੋ ਕਰਮ ਪਰ ਹੀ ਰਹਿ ਗਿਆ ਸੀ। ਦੋਵੇਂ ਨੂੰਹਾਂ ਦੀ ਰਸੋਈ ਵਿੱਚ ਉਹਨਾਂ ਦਾ ਜਾਣਾ ਪ੍ਰਤਿਬੰਧਿਤ ਸੀ। ਦੋਨਾਂ ਦੇ ਉੱਪਰ ਮਾਂ ਜੀ ਦੇ ਖਾਣੇ ਦਾ ਬਰਾਬਰ ਦਾ ਭਾਰ ਪਵੇ, ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੋਨਾਂ ਨੇ ਸਿਮਰਨ ਜੀ ਦੇ 3 ਵਕਤ ਦੇ ਖਾਣੇ ਨੂੰ 2 ਵਕਤ ਵਿੱਚ ਬਦਲ ਦਿੱਤਾ। ਸਵੇਰ ਦੀ ਚਾਹ ਅਤੇ ਨਾਸ਼ਤਾ ਛੋਟੀ ਨੂੰਹ ਦਿਆ ਕਰਦੀ ਸੀ ਅਤੇ ਸ਼ਾਮ ਦੀ ਚਾਹ ਅਤੇ ਖਾਣਾ, ਰਾਤ ਦਾ ਖਾਣਾ ਵੱਡੀ ਨੂੰਹ ਦੇ ਇੱਥੇ ਤੋਂ ਦਿੱਤਾ ਜਾਂਦਾ ਸੀ। ਬੇਚਾਰੀ ਸਿਮਰਨ ਜੀ ਜਿਵੇਂ ਤਿਵੇਂ ਮਨ ਮਾਰ ਕੇ ਦਿਨ ਗੁਜ਼ਾਰਨ ਲੱਗੀ। ਹੌਲੀ-ਹੌਲੀ ਸਮੇਂ ਬੀਤਦਾ ਗਿਆ ਅਤੇ ਸਿਮਰਨ ਜੀ ਪਹਿਲਾਂ ਤੋਂ ਹੋਰ ਵੀ ਜ਼ਿਆਦਾ ਬੁੱਢੀ ਅਤੇ ਹੋਰ ਵੀ ਲਾਚਾਰ ਹੋ ਗਈ। ਪਰ ਇੰਨੇ ਬੁਢਾਪੇ ਦੇ ਬਾਵਜੂਦ ਉਹ ਰੋਜ਼ ਨਿਯਮ ਤੋਂ ਮੰਦਿਰ ਜਾਇਆ ਕਰਦੀ ਸੀ। ਅੱਜ ਜਦ ਸਿਮਰਨ ਜੀ ਮੰਦਿਰ ਤੋਂ ਮੁੜ ਕੇ ਘਰ ਵਾਪਿਸ ਆਈ ਤਾਂ ਆਪਣੇ ਪਤੀ ਦੀ ਤਸਵੀਰ ਦੇ ਸਾਹਮਣੇ ਬੈਠ ਕੇ ਉਹਨਾਂ ਦੀ ਯਾਦਾਂ ਵਿੱਚ ਗੁੰਮ ਹੋ ਗਈ। ਰਹਿ ਕੇ ਉਹਨਾਂ ਦੀ ਅੱਖਾਂ ਤੋਂ ਹੰਝੂ ਟਪਕਣ ਲੱਗਦੇ। ਜਦੀ ਉਹਨਾਂ ਦੀ ਛੋਟੀ ਨੂੰ ਸ਼ਾਂਤੀ ਆਈ। ਇਹ ਲਵੋ ਖਾਣਾ ਰੱਖਿਆ ਹੋਇਆ ਹੈ, ਖਾ ਲਵੋ। ਇੱਕ ਥਾਲੀ ਵਿੱਚ 2 ਛੋਟੀ ਸੁੱਕੀ ਜਿਹੀ ਰੋਟੀ ਅਤੇ ਪਤਲੀ ਪਾਣੀ ਜੈਸੀ ਦਾਲ ਸਿਮਰਨ ਜੀ ਦੇ ਸਾਹਮਣੇ ਰੱਖ ਕੇ ਤੇਜ਼ੀ ਨਾਲ ਵਾਪਿਸ ਚਲੀ ਗਈ। ਨੂੰਹ ਦੇ ਕੱਲ੍ਹ ਦੇ ਵਿਵਹਾਰ ਦੇ ਕਾਰਨ ਉਹਨਾਂ ਦੀ ਭੁੱਖ ਤਾਂ ਪਹਿਲਾਂ ਹੀ ਮਰ ਗਈ ਸੀ, ਪਰੰਤੂ ਫਿਰ ਵੀ ਸਿਮਰਨ ਜੀ ਨੇ ਇੱਕ ਵਾਰ ਖਾਣੇ ਦੀ ਤਰਫ ਨਿਗਾਹ ਚੁੱਕ ਕੇ ਦੇਖਿਆ ਤਾਂ ਜੋ ਬਚੀ ਕੁਚੀ ਭੁੱਖ ਸੀ ਉਹ ਵੀ ਮਰ ਗਈ। ਹੁਣੇ ਕੱਲ੍ਹ ਦੀ ਹੀ ਤਾਂ ਗੱਲ ਸੀ ਕਿ ਸਿਮਰਨ ਜੀ ਨੂੰ ਛੋਟੀ ਨੂੰਹ ਦੀ ਰਸੋਈ ਵਿੱਚ ਤੋਂ ਬੜੀ ਚੰਗੀ ਖੁਸ਼ਬੂ ਆ ਰਹੀ ਸੀ। ਉਹ ਸਮਝ ਗਈ ਸੀ ਕਿ ਦੇਸੀ ਘੀ ਵਿੱਚ ਸੂਜੀ ਦਾ ਹਲਵਾ ਬਣਾਇਆ ਜਾ ਰਿਹਾ ਹੈ, ਜੋ ਕਿ ਉਹਨਾਂ ਨੂੰ ਬਹੁਤ ਪਸੰਦ ਹੋਇਆ ਕਰਦਾ ਸੀ, ਪਰ ਝਿਜਕ ਦੇ ਕਾਰਨ ਮੰਗ ਨਹੀਂ ਪਾ ਰਹੀ ਸੀ। ਪਰੰਤੂ ਬੁਢਾਪੇ ਵਿੱਚ ਬੱਚਾ ਅਤੇ ਬੁੱਢਾ ਇੱਕ ਸਮਾਨ ਹੋ ਜਾਂਦਾ ਹੈ। ਇਸ ਲਈ ਜਿਵੇਂ ਹੀ ਸ਼ਾਂਤੀ ਉਹਨਾਂ ਦੇ ਲਈ ਚਾਹ ਲੈ ਕੇ ਆਈ, ਉਹਨਾਂ ਨੇ ਸ਼ਰਮ ਛੱਡ ਕੇ ਆਖਿਰਕਾਰ ਨੂੰਹ ਤੋਂ ਪੁੱਛ ਹੀ ਲਿਆ, ਨੂੰਹ ਸੂਜੀ ਦਾ ਹਲਵਾ ਬਣਾਇਆ ਹੈ ਕਿਆ? ਜੇਕਰ ਬਚਿਆ ਹੋਵੇ ਤਾਂ ਥੋੜ੍ਹਾ ਮੈਨੂੰ ਵੀ ਦੇ ਦਿਓ। ਸਿਰਫ ਇੰਨਾ ਹੀ ਕਹਿਣੇ ਦੀ ਦੇਰ ਸੀ ਕਿ ਸ਼ਾਂਤੀ ਨੇ ਜ਼ੋਰ-ਜ਼ੋਰ ਨਾਲ ਚੀਕਣਾ ਸ਼ੁਰੂ ਕਰ ਦਿੱਤਾ, ਹੇ ਭਗਵਾਨ! ਦਿਨ ਭਰ ਸਿਰਫ ਇਸੀ ਚੀਜ਼ ਪਰ ਧਿਆਨ ਹੈ ਕਿ ਰਸੋਈ ਵਿੱਚ ਕਿਆ ਬਣ ਰਿਹਾ ਹੈ। ਸਾਰਾ ਦਿਨ ਖੁਸ਼ਬੂ ਹੀ ਸੁੰਘਦੀ ਰਹਿੰਦੀ ਹੋ ਕਿਆ? ਬੁਢਾਪਾ ਆ ਗਿਆ ਹੈ ਤਾਂ ਰਾਮ ਦੇ ਨਾਮ ਵਿੱਚ ਧਿਆਨ ਲਗਾਓ। ਬੱਚਿਆਂ ਦੇ ਲਈ ਥੋੜ੍ਹਾ ਜਿਹਾ ਹਲਵਾ ਬਣਾਇਆ ਸੀ,
ਪਰ ਇਹਨਾਂ ਨੂੰ ਪਹਿਲਾਂ ਖੁਸ਼ਬੂ ਪਹੁੰਚ ਗਈ। ਕਿਆ ਸਮੇਂ ਆ ਗਿਆ ਹੈ। ਦਾਦੀ ਹੁੰਦੇ ਹੋਏ ਵੀ ਆਪਣੇ ਪੋਤੇ ਪੋਤੀ ਦੇ ਖਾਣੇ ਪਰ ਬਰਾਬਰ ਨਜ਼ਰ ਬਣਾਏ ਰੱਖਦੀ ਹੋ। ਇਹ ਸੁਣ ਕੇ ਸਿਮਰਨ ਜੀ ਦਾ ਤਾਂ ਮੰਨੋ ਕਲੇਜਾ ਹੀ ਫਟ ਗਿਆ ਹੋ। ਸੱਚਮੁੱਚ ਅੱਜ ਤਾਂ ਅਪਮਾਨ ਦੀ ਹੱਦ ਹੋ ਗਈ ਸੀ। ਨੂੰਹ ਦੇ ਮੂੰਹ ਤੋਂ ਇੰਨੀ ਜਲੀ ਘਟੀ ਸੁਣਨੇ ਦੇ ਬਾਅਦ ਉਸਦੇ ਦੁਆਰਾ ਬੋਲਿਆ ਗਿਆ ਇੱਕ ਇੱਕ ਸ਼ਬਦ ਸੋਚ ਸੋਚ ਕੇ ਉਹਨਾਂ ਦੇ ਮਨ ਵਿੱਚ ਤੀਰ ਚੁਭਣੇ ਜੈਸਾ ਅਹਿਸਾਸ ਹੋ ਰਿਹਾ ਸੀ। ਛੋਟੀ ਤਾਂ ਛੋਟੀ ਅਕਸਰ ਬੜੀ ਨੂੰ ਵੀ ਸਿਮਰਨ ਜੀ ਨੂੰ ਇਹੋ ਜਿਹੇ ਹੀ ਤਾਨੇ ਸੁਣਾਉਂਦੀ ਰਹਿੰਦੀ ਸੀ। ਅਕਸਰ ਉਹਨਾਂ ਨੂੰ ਖਾਣਾ ਦੇਰ ਤੋਂ ਦਿੱਤਾ ਜਾਂਦਾ ਸੀ, ਇਸ ਲਈ ਉਹ ਭੁੱਖੀ ਹੀ ਰਹਿ ਜਾਇਆ ਕਰਦੀ ਸੀ। ਇੱਕ ਦਿਨ ਜਦ ਉਹਨਾਂ ਤੋਂ ਭੁੱਖ ਬਰਦਾਸ਼ਤ ਨਹੀਂ ਹੋਈ ਤਾਂ ਉਹਨਾਂ ਨੇ ਘਰ ਦੇ ਮੰਦਿਰ ਵਿੱਚ ਰੱਖਿਆ ਪ੍ਰਸ਼ਾਦ ਖਾ ਲਿਆ ਅਤੇ ਉਹਨਾਂ ਨੂੰ ਇਹੋ ਜਿਹਾ ਕਰਦਾ ਦੇਖ ਉਹਨਾਂ ਦੀ ਵੱਡੀ ਨੂੰ ਅਮਨ ਨੇ ਦੇਖ ਲਿਆ। ਸ਼ਰਮ ਆਉਣੀ ਚਾਹੀਦੀ ਮਾਂ ਜੀ, ਤੁਸੀਂ ਤਾਂ ਪ੍ਰਸ਼ਾਦ ਹੀ ਚੋਰੀ ਕਰਕੇ ਖਾ ਰਹੀ ਹੋ। ਹੋਰ ਵੀ ਨਾ ਜਾਣੇ ਦਿਨ ਭਰ ਕਿਆ ਕਿਆ ਖਾ ਜਾਂਦੀ ਹੋਗੀ। ਮੈਨੂੰ ਤਾਂ ਪਤਾ ਹੀ ਨਹੀਂ ਸੀ। ਇੰਨਾ ਅਪਮਾਨਿਤ ਹੋਣੇ ਦੇ ਬਾਅਦ ਸਿਮਰਨ ਜੀ ਫੁੱਟ ਫੁੱਟ ਕੇ ਰੋਈ, ਪਰ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਆਖਿਰ ਜਾਣ ਤਾਂ ਜਾਣ ਕਿੱਥੇ, ਕਿਉਂਕਿ ਰਹਿਣਾ ਤਾਂ ਪੁੱਤਾਂ ਅਤੇ ਨੂੰਹਾਂ ਦੇ ਨਾਲ ਹੀ ਸੀ। ਨੂੰਹਾਂ ਉਹਨਾਂ ਨੂੰ ਰਸੋਈ ਵਿੱਚ ਨਹੀਂ ਜਾਣ ਦਿੰਦੀ ਸੀ, ਪਰ ਬਾਹਰ ਦੇ ਸਾਰੇ ਕੰਮ ਕਰਵਾਉਂਦੀ ਸੀ। ਝਾੜੂ ਪੋਚਾ, ਭਾਂਡੇ ਸਾਫ਼ ਕਰਨਾ, ਸਬਜ਼ੀਆਂ ਕੱਟਣਾ, ਕੱਪੜੇ ਸੁਕਾਉਣਾ ਆਦਿ। ਇਹਨਾਂ ਸਭ ਕੰਮਾਂ ਵਿੱਚ ਸਿਮਰਨ ਜੀ ਬਹੁਤ ਥੱਕ ਜਾਂਦੀ ਸੀ। ਫਿਰ ਵੀ ਉਹਨਾਂ ਨੂੰ ਆਪਣੀ ਨੂੰਹਾਂ ਦੇ ਤਾਨਿਆਂ ਦਾ ਸ਼ਿਕਾਰ ਹੋਣਾ ਪੈਂਦਾ ਸੀ। ਉਹ ਸੋਚਣੇ ਨੂੰ ਮਜਬੂਰ ਹੋ ਜਾਂਦੀ, ਇੰਨੀ ਖਰਾਬ ਕਿਸਮਤ ਸਿਰਫ ਮੈਨੂੰ ਹੀ ਮਿਲਣੀ ਸੀ। ਪੁੱਤਾਂ ਨੂੰ ਤਾਂ ਹੁਣ ਜਿਵੇਂ ਮੇਰੇ ਤੋਂ ਕੋਈ ਮਤਲਬ ਹੀ ਨਹੀਂ ਰਹਿ ਗਿਆ ਹੈ। ਕਈ ਕਈ ਦਿਨ ਕਮਰੇ ਵਿੱਚ ਝਾਕਦੇ ਤੱਕ ਨਹੀਂ। ਸਵੇਰੇ ਉੱਠ ਕੇ ਨੌਕਰੀ ਪਰ ਨਿਕਲ ਜਾਂਦੇ ਹਨ ਅਤੇ ਰਾਤ ਨੂੰ ਦੇਰ ਤੋਂ ਆਉਂਦੇ ਹਨ। ਦੋਨਾਂ ਵਿੱਚ ਤੋਂ ਇੱਕ ਵੀ ਹਾਲ ਚਾਲ ਪੁੱਛਣਾ ਜ਼ਰੂਰੀ ਨਹੀਂ ਸਮਝਦਾ। ਸ਼ਾਇਦ ਬੁਢਾਪੇ ਵਿੱਚ ਇਹ ਸਭ ਵੀ ਦੇਖਣਾ ਸੀ। ਬਚਪਨ ਵਿੱਚ ਜਿਸ ਮਾਂ ਤੋਂ ਥੋੜ੍ਹੀ ਦੇਰ ਲਈ ਵੀ ਦੂਰੀ ਹੀ ਦੋਵੇਂ ਪੁੱਤ ਬਰਦਾਸ਼ਤ ਨਹੀਂ ਕਰਦੇ ਸੀ, ਉਸ ਮਾਂ ਤੋਂ ਹਾਲ ਚਾਲ ਜਾਣਨਾ ਤਾਂ ਦੂਰ, ਉਹਨਾਂ ਨੂੰ ਉਹ ਅੱਜ ਨਜ਼ਰ ਚੁੱਕ ਕੇ ਦੇਖਣਾ ਵੀ ਜ਼ਰੂਰੀ ਨਹੀਂ ਸਮਝਦੇ ਸੀ। ਉਹਨਾਂ ਦੀ ਹਾਲਤ ਘਰ ਵਿੱਚ ਪਏ ਪੁਰਾਣੇ ਸਮਾਨ ਦੀ ਤਰ੍ਹਾਂ ਸੀ, ਜਿਸ ਦੀ ਕੋਈ ਕਦਰ ਨਹੀਂ ਸੀ। ਇੱਕ ਦਿਨ ਸਿਮਰਨ ਜੀ ਜਦ ਮੰਦਿਰ ਗਈ ਤਾਂ ਭਗਵਾਨ ਦੀ ਮੂਰਤੀ ਦੇ ਅੱਗੇ ਫੁੱਟ ਫੁੱਟ ਕੇ ਰੋਣ ਲੱਗੀ ਅਤੇ ਭਗਵਾਨ ਦੇ ਸਾਹਮਣੇ ਪ੍ਰਾਰਥਨਾ ਕਰਨ ਲੱਗੀ ਕਿ ਹੇ ਭਗਵਾਨ, ਮੇਰੀ ਨੂੰਹਾਂ ਨੂੰ ਸਦਬੁੱਧੀ ਦੇਣਾ। ਉਸੀ ਦਿਨ ਸੰਜੋਗ ਨਾਲ ਸਿਮਰਨ ਜੀ ਦੀ ਬਚਪਨ ਦੀ ਸਹੇਲੀ ਸ਼ੀਤਲ ਵੀ ਇਸ ਮੰਦਿਰ ਵਿੱਚ ਆਈ ਹੋਈ ਸੀ ਅਤੇ ਸਿਮਰਨ ਜੀ ਨੂੰ ਦੇਖਦੇ ਹੀ ਪਹਿਚਾਨ ਗਈ। ਪਰ ਉਹਨਾਂ ਨੂੰ ਰੋਂਦੇ ਦੇਖ ਕੇ ਉਹਨਾਂ ਦੀ ਸਹੇਲੀ ਦੇ ਦਿਲ ਨੂੰ ਬਹੁਤ ਠੇਸ ਪਹੁੰਚੀ। ਜਦ ਸਿਮਰਨ ਜੀ ਪ੍ਰਾਰਥਨਾ ਕਰਕੇ ਮੰਦਿਰ ਦੀ ਪੌੜੀਆਂ ਤੋਂ ਉਤਰਨ ਲੱਗੀ, ਜਦੀ ਸ਼ੀਤਲ ਨੇ ਉਹਨਾਂ ਨੂੰ ਆਵਾਜ਼ ਲਗਾਈ, ਅਰੇ ਸਿਮਰਨ, ਪਛਾਣਿਆ ਨਹੀਂ ਮੈਨੂੰ? ਹਾਂ, ਹੁਣ ਝੁਰੜੀਆਂ ਵੀ ਤਾਂ ਇੰਨੀ ਆ ਗਈ ਹਨ ਕਿ ਚਿਹਰਾ ਪਹਿਲਾਂ ਜੈਸਾ ਰਿਹਾ ਹੀ ਨਹੀਂ। ਜਦੀ ਸਿਮਰਨ ਜੀ ਬੋਲੀ, ਅਰੇ ਨਹੀਂ, ਤੈਨੂੰ ਕਿਵੇਂ ਭੁੱਲ ਸਕਦੀ ਹਾਂ ਸ਼ੀਤਲ। ਬਹੁਤ ਦਿਨਾਂ ਬਾਅਦ ਮਿਲੇ ਹਾਂ, ਪਰ ਬਚਪਨ ਦੀ ਯਾਦਾਂ ਹੁਣੇ ਤਾਜ਼ਾ ਹਨ। ਪਰ ਤੂੰ ਤਾਂ ਵਿਦੇਸ਼ ਚਲੀ ਗਈ ਸੀ ਨਾ, ਆਪਣੇ ਪੁੱਤ ਦੇ ਨਾਲ। ਬਸ ਸਿਮਰਨ, ਕਿਆ ਦੱਸਾਂ, ਆਪਣੇ ਪਤੀ ਦੀ ਮੌਤ ਦੇ ਬਾਅਦ ਮੈਂ ਆਪਣੇ ਪੁੱਤ ਦੇ ਜਿੱਦ ਕਰਨੇ ਪਰ ਉਸਦੇ ਨਾਲ ਵਿਦੇਸ਼ ਚਲੀ ਤਾਂ ਗਈ ਸੀ, ਪਰ ਵਿਦੇਸ਼ ਵਿੱਚ ਉਹ ਆਪਣਾਪਣ ਕਿੱਥੇ। ਇਸ ਲਈ 15 ਦਿਨ ਪਹਿਲਾਂ ਹੀ ਮੈਂ ਇੱਥੇ ਆਪਣੇ ਘਰ ਵਾਪਿਸ ਮੁੜ ਆਈ। ਇਕੱਲੀ ਰਹਿੰਦੀ ਹਾਂ, ਇਸ ਲਈ ਥੋੜ੍ਹੀ ਦੇਰ ਮਨ ਦੀ ਸ਼ਾਂਤੀ ਦੇ ਲਈ ਮੰਦਿਰ ਆ ਜਾਂਦੀ ਹਾਂ। ਵੈਸੇ ਸਿਮਰਨ, ਇੱਕ ਗੱਲ ਬੋਲਾਂ? ਤੇਰੇ ਨਾਲ ਮਿਲ ਕੇ ਅੱਜ ਚੰਗਾ ਤਾਂ ਬਹੁਤ ਲੱਗਾ, ਪਰ ਤੈਨੂੰ ਉਦਾਸ ਦੇਖ ਕੇ ਦਿਲ ਨੂੰ ਦੁੱਖ ਵੀ ਬਹੁਤ ਹੋਇਆ। ਆਖਿਰ ਗੱਲ ਕਿਆ ਹੈ? ਸ਼ੀਤਲ ਨੇ ਪੁੱਛਿਆ ਤਾਂ ਸਿਮਰਨ ਜੀ ਦੇ ਦਿਲ ਦੀ ਗਹਿਰਾਈਆਂ ਵਿੱਚ ਛਿਪੀ ਪੀੜਾ ਅਤੇ ਦਰਦ ਉਹਨਾਂ ਦੇ ਹੰਝੂਆਂ ਦੇ ਜ਼ਰੀਏ ਬਾਹਰ ਆ ਗਏ। ਬਹੁਤ ਦਿਨਾਂ ਬਾਅਦ ਕਿਸੇ ਆਪਣੇ ਨਾਲ ਮਿਲ ਕੇ ਸਿਮਰਨ ਜੀ ਆਪਣੇ ਦਰਦ ਨੂੰ ਲੁਕਾ ਨਾ ਸਕੀ। ਉਹ ਆਪਣੀ ਸਹੇਲੀ ਦੇ ਗਲੇ ਮਿਲ ਕੇ
ਬਹੁਤ ਦੇਰ ਤੱਕ ਰੋਂਦੀ ਰਹੀ ਅਤੇ ਉਸਨੂੰ ਆਪਣੇ ਦੁਖੀ ਜੀਵਨ ਦਾ ਸਾਰਾ ਵਿਵਰਣਾ ਦੱਸ ਦਿੱਤਾ। ਸਿਮਰਨ ਜੀ ਦੀ ਸਾਰੀ ਗੱਲਾਂ ਉਹਨਾਂ ਦੀ ਸਹੇਲੀ ਸ਼ੀਤਲ ਜੀ ਨੇ ਬੜੇ ਧਿਆਨ ਨਾਲ ਸੁਣੀ ਅਤੇ ਫਿਰ ਬੋਲੀ, ਹਰ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਇਸ ਪਰ ਸਿਮਰਨ ਜੀ ਹੈਰਾਨੀ ਨਾਲ ਉਸ ਨੂੰ ਦੇਖਣ ਲੱਗੀ ਅਤੇ ਉਹਨਾਂ ਦੀ ਪ੍ਰਸ਼ਨਵਾਚਕ ਨਿਗਾਹਾਂ ਦੇਖ ਕੇ ਸ਼ੀਤਲ ਜੀ ਨੇ ਉਹਨਾਂ ਦੇ ਮੋਢੇ ਪਰ ਹੱਥ ਰੱਖਿਆ ਅਤੇ ਬੋਲੀ, ਮੈਂ ਸਹੀ ਕਹਿ ਰਹੀ ਹਾਂ, ਇਸ ਸਮੱਸਿਆ ਦਾ ਹੱਲ ਮੇਰੇ ਕੋਲ ਹੈ। ਸ਼ੀਤਲ ਜੀ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਆਪਣਾ ਆਈਡੀਆ ਦੱਸਿਆ ਅਤੇ ਫਿਰ ਬੋਲੀ, ਜਦ ਘੀ ਸਿੱਧੀ ਉਂਗਲੀ ਤੋਂ ਨਾ ਨਿਕਲੇ ਤਾਂ ਉਂਗਲੀ ਨੂੰ ਟੇਢਾ ਕਰਨੇ ਵਿੱਚ ਕੋਈ ਹਰਜ ਨਹੀਂ ਹੁੰਦਾ। ਆਪਣੀ ਸਹੇਲੀ ਦਾ ਆਈਡੀਆ ਸੁਣ ਕੇ ਸਿਮਰਨ ਜੀ ਦੇ ਚਿਹਰੇ ਪਰ ਚਮਕ ਆ ਗਈ, ਪਰ ਫਿਰ ਥੋੜੀ ਹੀ ਦੇਰ ਵਿੱਚ ਉਦਾਸ ਚਿਹਰਾ ਲਈ ਬੋਲੀ, ਪਰ ਇਹ ਸੰਭਵ ਨਹੀਂ ਹੈ। ਤੂੰ ਜਾਣਦੀ ਨਹੀਂ ਹੈ ਮੇਰੀ ਨੂੰਹਾਂ ਨੂੰ। ਮੈਨੂੰ ਡਰ ਹੈ ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ। ਮੈਂ ਜਿਸ ਹਾਲਤ ਵਿੱਚ ਹਾਂ ਹੁਣ ਉਸੀ ਨੂੰ ਕਿਸਮਤ ਮੰਨ ਕੇ ਸਵੀਕਾਰ ਕਰ ਲਿਆ ਹੈ। ਮੈਂ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ। ਸਿਮਰਨ, ਮੇਰੇ ਰਹਿੰਦੇ ਤੈਨੂੰ ਚਿੰਤਾ ਕਰਨੇ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਸ਼ੀਤਲ ਜੀ ਨੇ ਉਹਨਾਂ ਨੂੰ ਹਿੰਮਤ ਦਿੰਦੇ ਹੋਏ ਕਿਹਾ, ਅਸੀਂ ਕੱਲ੍ਹ ਹੀ ਇਸ ਯੋਜਨਾ ਨੂੰ ਅੰਜਾਮ ਦੇਵਾਂਗੇ। ਆਪਣੀ ਸਹੇਲੀ ਦੀ ਗੱਲਾਂ ਸੁਣ ਕੇ ਸਿਮਰਨ ਜੀ ਦੇ ਮਨ ਵਿੱਚ ਥੋੜੀ ਜਿਹੀ ਆਸ ਜਾਗੀ, ਪਰ ਪੂਰੇ ਦਿਨ ਉਹਨਾਂ ਦੇ ਦਿਮਾਗ ਵਿੱਚ ਲਗਾਤਾਰ ਵਿਚਾਰ ਚੱਲਦੇ ਰਹੇ। ਉਤਸੁਕਤਾ ਅਤੇ ਡਰ ਦੇ ਮਿਲੇ ਜੁਲੇ ਭਾਵ ਸੀ ਉਹਨਾਂ ਦੇ ਚਿਹਰੇ ਪਰ। ਅਗਲੇ ਦਿਨ ਸਵੇਰੇ ਜਦ ਸਿਮਰਨ ਜੀ ਦੇ ਦੋਵੇਂ ਪੁੱਤ ਆਪਣੀ ਆਪਣੀ ਨੌਕਰੀ ਪਰ ਚਲੇ ਗਏ, ਜਦ ਉਹਨਾਂ ਦੇ ਦਰਵਾਜ਼ੇ ਪਰ ਘੰਟੀ ਵੱਜੀ। ਦਰਵਾਜ਼ੇ ਪਰ ਕੌਣ ਹੈ ਦੇਖਣੇ ਦੇ ਲਈ ਸਿਮਰਨ ਜੀ ਦੀ ਬੜੀ ਨੂੰ ਗਈ। ਦੇਖਿਆ ਤਾਂ ਇੱਕ ਬੁੱਢੀ ਔਰਤ ਜਿਸ ਦੇ ਹੱਥ ਵਿੱਚ ਇੱਕ ਸੰਦੂਕ ਸੀ, ਗੇਟ ਦੇ ਬਾਹਰ ਖੜੀ ਸੀ। ਜੀ, ਕਿਸ ਨਾਲ ਮਿਲਣਾ ਹੈ ਤੁਹਾਨੂੰ? ਨੂੰ, ਮੈਂ ਤੇਰੀ ਸੱਸ ਦੀ ਮਸੇਰੀ ਭੈਣ ਹਾਂ, ਜਾਣੀ ਕਿ ਤੇਰੀ ਮਾਸੀ ਸੱਸ। ਤੂੰ ਮੈਨੂੰ ਨਹੀਂ ਪਛਾਣਿਆ, ਪਰ ਮੈਂ ਤੈਨੂੰ ਪਛਾਣ ਗਈ ਹਾਂ। ਤੂੰ ਸਿਮਰਨ ਦੀ ਨੂੰਹ ਹੈ ਨਾ? ਉਸ ਸਮੇਂ ਸਿਮਰਨ ਜੀ ਵੀ ਬਾਹਰ ਆ ਗਈ ਅਤੇ ਉਹਨਾਂ ਦੀ ਸਹੇਲੀ ਉਹਨਾਂ ਦੇ ਨਾਲ ਮਸੇਰੀ ਭੈਣ ਬਣ ਕੇ ਇਵੇਂ ਮਿਲੀ ਜਿਵੇਂ ਕਾਫੀ ਸਾਲਾਂ ਤੋਂ ਵਿਛੜੀ ਹੋਈ ਭੈਣਾਂ ਮਿਲੀ ਹੋਣ। ਸਿਮਰਨ ਜੀ ਉਹਨਾਂ ਨੂੰ ਅੰਦਰ ਲੈ ਕੇ ਆਈ ਅਤੇ ਉਹਨਾਂ ਨੂੰ ਆਪਣੀ ਦੋਵੇਂ ਨੂੰਹਾਂ ਨਾਲ ਆਪਣੀ ਭੈਣ ਕਹਿ ਕੇ ਮਿਲਵਾਇਆ। ਸਿਮਰਨ ਜੀ ਨੇ ਸ਼ੀਤਲ ਜੀ ਤੋਂ ਪੁੱਛਿਆ, ਸ਼ੀਤਲ, ਤੂੰ ਇੱਥੇ ਇਸ ਦੇਸ਼ ਵਿੱਚ ਕਦ ਮੁੜੀ? ਅਰੇ, ਮੈਂ ਤਾਂ ਵਿਦੇਸ਼ ਤੋਂ ਕੁਝ ਸਮੇਂ ਪਹਿਲਾਂ ਹੀ ਆਈ ਹਾਂ। ਇੱਕ ਤੂੰ ਹੀ ਤਾਂ ਹੈ ਮੇਰੀ ਭੈਣ ਜਿਸ ਨਾਲ ਮੈਂ ਇੰਨੇ ਸਮੇਂ ਤੋਂ ਮਿਲ ਵੀ ਨਹੀਂ ਪਾਈ। ਤੇਰੇ ਨਾਲ ਹੀ ਮਿਲਣ ਆਈ ਹਾਂ। ਜੀਜਾ ਜੀ ਦੇ ਗੁਜ਼ਰਨੇ ਦੇ ਬਾਅਦ ਤਾਂ ਮੈਂ ਅਫਸੋਸ ਜਤਾਣੇ ਵੀ ਨਾ ਆ ਪਾਈ, ਤਾਂ ਹੁਣ ਸੋਚਿਆ ਕਿ ਆਪਣੀ ਪਿਆਰੀ ਭੈਣ ਸਿਮਰਨ ਨਾਲ ਮਿਲ ਕੇ ਆਵਾਂ। ਦੋਵੇਂ ਨੂੰਹਾਂ ਬੜੀ ਹੈਰਾਨੀ ਨਾਲ ਆਪਣੀ ਮਸੇਰੀ ਸੱਸ ਨੂੰ ਦੇਖ ਰਹੀ ਸੀ, ਕਿਉਂਕਿ ਉਹਨਾਂ ਨੇ ਅੱਜ ਤੱਕ ਕਦੀ ਉਹਨਾਂ ਨੂੰ ਦੇਖਿਆ ਨਹੀਂ ਸੀ। ਕਿ ਜਦੀ ਸਿਮਰਨ ਜੀ ਬੋਲੀ, ਨੂੰ, ਆਪਣੀ ਮਾਸੀ ਸੱਸ ਦੇ ਲਈ ਕੁਝ ਚਾਹ ਪਾਣੀ ਤਾਂ ਲੈ ਆਓ। ਸਿਮਰਨ ਜੀ ਦੇ ਇੰਨਾ ਕਹਿਣੇ ਪਰ ਦੋਵੇਂ ਨੂੰਹਾਂ ਉਹਨਾਂ ਨੂੰ ਗੁੱਸੇ ਭਰੀ ਨਿਗਾਹ ਨਾਲ ਦੇਖਣ ਲੱਗੀ, ਪਰ ਦੋਨਾਂ ਵਿੱਚ ਤੋਂ ਕਿਸੇ ਨੇ ਵੀ ਉੱਠਣੇ ਦਾ ਕਸ਼ਟ ਨਹੀਂ ਕੀਤਾ। ਜਦੀ ਸ਼ੀਤਲ ਜੀ ਬੋਲੀ, ਤੂੰ ਤਾਂ ਜਾਣਦੀ ਹੈ ਸਿਮਰਨ, ਸਾਡਾ ਰਿਸ਼ਤਾ ਸਗੀ ਭੈਣਾਂ ਤੋਂ ਵੀ ਜ਼ਿਆਦਾ ਅਟੁੱਟ ਹੈ। ਇਸ ਲਈ ਮੈਂ ਤੇਰੇ ਲਈ ਭੇਟ ਸਵਰੂਪ ਕੁਝ ਲੈ ਕੇ ਆਈ ਹਾਂ। ਸ਼ੀਤਲ ਜੀ ਨੇ ਆਪਣਾ ਸੰਦੂਕ ਸਿਮਰਨ ਜੀ ਦੀ ਤਰਫ ਵਧਾਇਆ। ਇੱਕ ਦਿਨ ਪਹਿਲਾਂ ਜੋ ਦੋਵੇਂ ਸਹੇਲੀਆਂ ਦੇ ਵਿੱਚ ਤੈਅ ਹੋਇਆ ਸੀ, ਉਸ ਦੇ ਅਨੁਸਾਰ ਸਿਮਰਨ ਜੀ ਬੋਲੀ, ਸ਼ੀਤਲ, ਤੂੰ ਤਾਂ ਮੇਰੇ ਨਾਲ ਮਿਲਣ ਦੇ ਲਈ ਆਈ ਸੀ ਅਤੇ ਮੈਨੂੰ ਬਹੁਤ ਚੰਗਾ ਵੀ ਲੱਗ ਰਿਹਾ ਹੈ, ਪਰ ਤੂੰ ਮੈਨੂੰ ਦੇਣ ਦੇ ਲਈ ਭੇਟ ਲੈ ਕੇ ਆਈ ਹੈ, ਇਹ ਗੱਲ ਗਲਤ ਹੈ। ਅਸੀਂ ਦੋਨਾਂ ਦਾ ਰਿਸ਼ਤਾ ਲੈਣ ਦੇਣ ਪਰ ਕਦ ਤੋਂ ਆਧਾਰਿਤ ਹੋ ਗਿਆ। ਜਦੀ ਸ਼ੀਤਲ ਜੀ ਰੁਆਸੀ ਆਵਾਜ਼ ਕੱਢਦੇ ਹੋਏ ਬੋਲੀ, ਅਰੇ ਸਿਮਰਨ, ਮੈਨੂੰ ਪਤਾ ਹੈ ਕਿ ਤੂੰ ਅਤੇ ਜੀਜਾ ਜੀ ਨੇ ਤੁਹਾਡਾ ਸਾਰਾ ਪੈਸਾ ਆਪਣੇ ਦੋਵੇਂ ਪੁੱਤਾਂ ਦੀ ਪੜ੍ਹਾਈ, ਵਿਆਹ ਅਤੇ ਉਹਨਾਂ ਦੇ ਲਈ ਘਰ ਖੜਾ ਕਰਨੇ ਦੇ ਲਈ ਖਰਚ ਕਰ ਦਿੱਤਾ ਅਤੇ ਆਪਣੇ ਲਈ ਕੁਝ ਵੀ ਨਹੀਂ ਰੱਖਿਆ।
ਦੇਖਿਆ ਜਾਵੇ ਤਾਂ ਇਹ ਸਭ ਠੀਕ ਹੀ ਹੈ, ਕਿਉਂਕਿ ਤੇਰੇ ਪੁੱਤ ਅਤੇ ਨੂੰਹਾਂ ਬਹੁਤ ਚੰਗੀ ਹਨ। ਕਿੰਨਾ ਪਿਆਰ ਨਾਲ ਵਰਤਾਵ ਕਰਦੀ ਹਨ ਤੇਰੇ ਨਾਲ। ਬਹੁਤ ਚੰਗੇ ਨਾਲ ਸੰਭਾਲ ਰੱਖਿਆ ਹੈ ਉਹਨਾਂ ਨੇ ਤੇਰੇ ਘਰ ਨੂੰ। ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦ ਸਾਡਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਸੀ ਅਤੇ ਸਾਡੇ ਸਿਰ ਪਰ ਸਿਰਫ ਕਰਜ਼ਾ ਹੀ ਬਚਿਆ ਸੀ। ਕਰਜ਼ਾ ਇੰਨਾ ਵੱਧ ਗਿਆ ਸੀ ਕਿ ਮੈਨੂੰ ਪੁਸ਼ਤੈਨੀ ਗਹਿਣੇ ਤੱਕ ਗਿਰਵੀ ਰੱਖਣੇ ਪਏ ਸੀ। ਗੁਜ਼ਰ ਬਸਰ ਦੇ ਲਈ ਜ਼ਰੂਰੀ ਚੀਜ਼ਾਂ ਖਰੀਦਣ ਦੇ ਲਈ ਵੀ ਪੈਸੇ ਨਹੀਂ ਸੀ ਸਾਡੇ ਕੋਲ। ਸਿਮਰਨ, ਐਸੇ ਮੁਸ਼ਕਿਲ ਸਮੇਂ ਵਿੱਚ ਤੂੰ ਅਤੇ ਜੀਜਾ ਜੀ ਨੇ ਸਾਡੀ ਇੰਨੀ ਮਦਦ ਕੀਤੀ ਸੀ। ਤੇਰੇ ਉਸ ਅਹਿਸਾਨ ਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ। ਉਸ ਸਮੇਂ ਤੁਸੀਂ ਲੋਕਾਂ ਨੇ ਨਾ ਸਿਰਫ ਸਾਨੂੰ ਪੈਸੇ ਨਾਲ ਮਦਦ ਕੀਤੀ ਸੀ, ਬਲਕਿ ਸਾਡਾ ਹੌਸਲਾ ਵੀ ਵਧਾਇਆ ਸੀ। ਅੱਜ ਦੇ ਸਮੇਂ ਵਿੱਚ ਜੇਕਰ ਮੈਂ ਸਿਰ ਚੁੱਕ ਕੇ ਜੀ ਰਹੀ ਹਾਂ ਤਾਂ ਸਿਰਫ ਤੁਸੀਂ ਲੋਕਾਂ ਦੀ ਵਜ੍ਹਾ ਨਾਲ। ਤੇਰੇ ਆਸ਼ੀਰਵਾਦ ਨਾਲ ਵਿਦੇਸ਼ ਵਿੱਚ ਮੇਰੇ ਪੁੱਤ ਦਾ ਕਾਰੋਬਾਰ ਵੀ ਇੰਨਾ ਚੰਗਾ ਚੱਲ ਰਿਹਾ ਹੈ ਕਿ ਉਸਨੇ ਤਾਂ ਧਨ ਦੌਲਤ ਦਾ ਅੰਬਾਰ ਲਗਾ ਦਿੱਤਾ ਹੈ। ਹਰ ਮਹੀਨੇ ਲੱਖਾਂ ਰੁਪਏ ਭੇਜਦਾ ਹੈ। ਸਿਮਰਨ, ਤੇਰਾ ਅਹਿਸਾਨ ਤਾਂ ਮੈਂ ਜ਼ਿੰਦਗੀ ਭਰ ਨਹੀਂ ਚੁਕਾ ਪਾਊਂਗੀ, ਪਰ ਮੇਰੀ ਇਹ ਭੇਟ ਸਵੀਕਾਰ ਕਰ ਲਓ। ਭੈਣ, ਹੁਣ ਮੇਰੀ ਜ਼ਿੰਦਗੀ ਹੀ ਕਿੰਨੀ ਬਚੀ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਆਪਣੇ ਮਰਨੇ ਤੋਂ ਪਹਿਲਾਂ ਹੀ ਕੰਮ ਕਰਦੀ ਜਾਵਾਂ। ਇਸ ਸੰਦੂਕ ਵਿੱਚ ਮੇਰੇ ਪੁਸ਼ਤੈਨੀ ਗਹਿਣੇ ਹਨ। ਮੈਂ ਸਮਝਦੀ ਹਾਂ ਕਿ ਮੇਰੇ ਇਨ ਪੁਸ਼ਤੈਨੀ ਗਹਿਣਿਆਂ ਪਰ ਜੇਕਰ ਕਿਸੇ ਦਾ ਹੱਕ ਬਣਦਾ ਹੈ ਤਾਂ ਤੇਰਾ। ਹੁਣ ਤੂੰ ਇਹਨਾਂ ਨੂੰ ਲੈਣੇ ਤੋਂ ਮਨਾ ਨਾ ਕਰਨਾ। ਆਪਣੀ ਬੜੀ ਭੈਣ ਦਾ ਪਿਆਰ ਸਮਝ ਕੇ ਇਹ ਸੰਦੂਕ ਰੱਖ ਲਓ ਅਤੇ ਇਸ ਦੀ ਚਾਬੀ ਲੈ ਲਓ। ਹੁਣ ਤੱਕ ਸਿਮਰਨ ਜੀ ਦੀ ਦੋਵੇਂ ਨੂੰਹਾਂ, ਜਿਨ੍ਹਾਂ ਨੇ ਆਪਣੀ ਸੱਸ ਦੇ ਕਹਿਣੇ ਦੇ ਬਾਵਜੂਦ ਵੀ ਘਰ ਆਏ ਮਹਿਮਾਨ ਨੂੰ ਪਾਣੀ ਤੱਕ ਨਹੀਂ ਪੁੱਛਿਆ ਸੀ, ਉਹਨਾਂ ਦਾ ਸੰਦੂਕ ਦੇਖਦੇ ਹੀ ਆਪਣੀ ਆਪਣੀ ਰਸੋਈ ਦੀ ਤਰਫ ਦੌੜੀ। ਅਮਨ ਨੇ ਜਲਦੀ ਨਾਲ ਗੈਸ ਪਰ ਚਾਹ ਚੜ੍ਹਾ ਦਿੱਤੀ ਅਤੇ ਸ਼ਾਂਤੀ ਫਟਾਫਟ ਡੱਬਿਆਂ ਵਿੱਚ ਡਰਾਈ ਫਰੂਟ ਭਰ ਕੇ ਮਾਸੀ ਦੇ ਸਾਹਮਣੇ ਹਾਜ਼ਰ ਹੋ ਗਈ। ਹੁਣ ਤਾਂ ਦੋਵੇਂ ਨੂੰਹਾਂ ਵਿੱਚ ਮਾਸੀ ਦੀ ਸੇਵਾ ਕਰਨੇ ਦੇ ਲਈ ਜਿਵੇਂ ਹੋੜ ਜਿਹੀ ਲੱਗ ਗਈ। ਇੱਕ ਚਾਹ ਦੇ ਨਾਲ ਪਾਪੜ ਤਲ ਕੇ ਲੈ ਆਈ ਅਤੇ ਦੂਸਰੀ ਪਕੌੜੇ ਬਣਾ ਕੇ ਲੈ ਆਈ। ਸ਼ੀਤਲ ਜੀ ਆਪਣੀ ਸਹੇਲੀ ਸਿਮਰਨ ਦੀ ਤਰਫ ਦੱਬੀ ਮੁਸਕਾਨ ਦੇ ਨਾਲ ਤਿਰਛੀ ਨਜ਼ਰ ਨਾਲ ਦੇਖ ਰਹੀ ਸੀ। ਕੁਝ ਦੇਰ ਬਾਅਦ ਸ਼ੀਤਲ ਜੀ ਨੇ ਕਿਹਾ, ਚੰਗਾ ਸਿਮਰਨ, ਹੁਣ ਮੈਂ ਚੱਲਦੀ ਹਾਂ। ਪਰ ਕਿਉਂਕਿ ਦੋਵੇਂ ਨੂੰਹਾਂ ਨੇ ਸ਼ੀਤਲ ਜੀ ਦੇ ਮੂੰਹ ਤੋਂ ਇਹ ਗੱਲ ਸੁਣੀ ਕਿ ਉਹਨਾਂ ਦੇ ਘਰ ਵਿੱਚ ਨੋਟਾਂ ਦਾ ਅੰਬਾਰ ਲੱਗਾ ਹੈ ਅਤੇ ਉਹ ਇੰਨੀ ਅਮੀਰ ਔਰਤ ਹੈ ਕਿ ਭੇਟ ਵਿੱਚ ਵੀ ਪੈਸਾ ਅਤੇ ਗਹਿਣੇ ਲੈ ਕੇ ਆਈ ਹੈ, ਇਹ ਸਭ ਸੋਚ ਵਿਚਾਰ ਕਰਕੇ ਅਮਨ ਅਤੇ ਸ਼ਾਂਤੀ ਦੋਵੇਂ ਹੀ ਉਹਨਾਂ ਨਾਲ ਪਿਆਰ ਦਾ ਨਾਟਕ ਕਰਨ ਲੱਗੀ। ਅਮਨ ਬੋਲੀ, ਅਰੇ ਮਾਸੀ ਜੀ, ਤੁਸੀਂ ਹੁਣੇ ਤਾਂ ਆਈ ਹੋ, ਕੁਝ ਦਿਨ ਸਾਡੇ ਨਾਲ ਵੀ ਰਹੋ। ਸਾਡੀ ਵੀ ਇੱਛਾ ਹੈ ਤੁਹਾਡੀ ਸੇਵਾ ਟਹਿਲ ਕਰਨੇ ਦੀ। ਜਦੀ ਸ਼ਾਂਤੀ ਨੇ ਸਿਮਰਨ ਜੀ ਦੇ ਮੋਢੇ ਪਰ ਹੱਥ ਰੱਖਦੇ ਹੋਏ ਕਿਹਾ, ਤੁਸੀਂ ਰਹੋਗੀ ਤਾਂ ਸਾਡੀ ਪਿਆਰੀ ਸਾਸੂ ਮਾਂ ਦਾ ਵੀ ਦਿਲ ਬਹਿਲ ਜਾਵੇਗਾ। ਨਹੀਂ ਤਾਂ ਜਦ ਤੋਂ ਸਹੁਰਾ ਜੀ ਗਏ ਹਨ, ਸਾਸੂ ਮਾਂ ਤਾਂ ਵਿਚਾਰੀ ਗੁੰਮਸੁੰਮ ਜਿਹੀ ਹੋ ਗਈ ਹਨ। ਦੋਵੇਂ ਨੂੰਹਾਂ ਅਤੇ ਸਿਮਰਨ ਜੀ ਦੇ ਦੁਆਰਾ ਰੁਕਣੇ ਦੀ ਗੁਜ਼ਾਰਿਸ਼ ਕੀਤੀ ਜਾਣੇ ਪਰ ਸ਼ੀਤਲ ਜੀ ਇੱਕ ਰਾਤ ਦੇ ਲਈ ਉਹਨਾਂ ਦੇ ਕੋਲ ਹੀ ਰੁਕ ਗਈ। ਅਮਨ ਅਤੇ ਸ਼ਾਂਤੀ ਨੇ ਸ਼ੀਤਲ ਜੀ ਦੀ ਸੇਵਾ ਕਰਨੇ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜ ਰਾਤ ਦਾ ਖਾਣਾ ਦੋਵੇਂ ਨੂੰਹਾਂ ਦੀ ਰਸੋਈ ਵਿੱਚ ਤੋਂ ਬਣ ਕੇ ਆ ਰਿਹਾ ਸੀ। ਲਜ਼ੀਜ਼ ਖਾਣਾ ਖਾਣੇ ਦੇ ਬਾਅਦ ਅੱਜ ਸਿਮਰਨ ਜੀ ਨੂੰ ਵੀ ਸੂਜੀ ਦਾ ਹਲਵਾ ਨਸੀਬ ਹੋਇਆ। ਹਲਵਾ ਖਾਂਦੇ ਖਾਂਦੇ ਉਹਨਾਂ ਦੀ ਅੱਖਾਂ ਹੰਝੂਆਂ ਨਾਲ ਭਰ ਆਈ, ਕਿਉਂਕਿ ਇਹ ਉਹੀ ਸੂਜੀ ਦਾ ਹਲਵਾ ਸੀ ਜਿਸ ਦੇ ਕਾਰਨ ਸਿਮਰਨ ਜੀ ਨੂੰ ਨੂੰਹ ਦੀ ਜਿੱਲਤ ਭਰੀ ਗੱਲਾਂ ਦਾ ਸਾਹਮਣਾ ਕਰਨਾ ਪਿਆ ਸੀ। ਰਾਤ ਨੂੰ ਜਦ ਸਿਮਰਨ ਜੀ ਆਪਣੀ ਸਹੇਲੀ ਸ਼ੀਤਲ ਦੇ ਨਾਲ ਬਿਸਤਰ ਪਰ ਸੌਣੇ ਦੇ ਲਈ ਆਈ ਤਾਂ ਸਿਮਰਨ ਜੀ ਨੇ ਮਹਿਸੂਸ ਕੀਤਾ ਕਿ ਉਹ ਅੱਜ ਪਹਿਲਾਂ ਵਾਲੀ ਡਰੀ ਸਹਿਮੀ ਹੋਈ ਸਿਮਰਨ ਨਹੀਂ ਸੀ। ਆਪਣੀ ਸਹੇਲੀ ਦੇ ਨਾਲ ਕੁਝ ਘੰਟੇ ਬਿਤਾ ਕੇ ਅੱਜ ਉਹ ਨਵੇਂ ਉਤਸ਼ਾਹ ਦਾ ਅਨੁਭਵ ਕਰ ਰਹੀ ਸੀ। ਦੋਵੇਂ ਸਹੇਲੀਆਂ ਅੱਜ ਨੂੰਹਾਂ ਦੁਆਰਾ ਕੀਤੇ ਗਏ ਵਿਵਹਾਰ ਪਰ ਆਪਣੀ ਹੱਸੀ ਨਹੀਂ ਰੋਕ ਪਾ ਰਹੀ ਸੀ। ਕਿਤੇ ਨੂੰਹਾਂ ਸੁਣ ਨਾ ਲੈਣ
ਇਹ ਸੋਚਦੇ ਹੋਏ ਹੋਏ ਦੋਵੇਂ ਦਬੀ ਆਵਾਜ਼ ਵਿੱਚ ਹੱਸਦੇ ਹੋਏ ਆਪਸ ਵਿੱਚ ਕਾਫੀ ਦੇਰ ਤੱਕ ਗੱਲਾਂ ਕਰਦੀ ਰਹੀ। ਅਗਲੇ ਦਿਨ ਸਵੇਰੇ ਜਦ ਸ਼ੀਤਲ ਜੀ ਨਾਸ਼ਤਾ ਕਰਕੇ ਆਪਣੇ ਘਰ ਵਾਪਿਸ ਜਾਣ ਲੱਗੀ ਤਾਂ ਸਿਮਰਨ ਜੀ ਦੇ ਨਾਲ ਦੋਵੇਂ ਨੂੰਹਾਂ ਉਹਨਾਂ ਨੂੰ ਘਰ ਦੇ ਮੁੱਖ ਗੇਟ ਤੱਕ ਛੱਡਣ ਆਈ। ਸਿਮਰਨ ਜੀ ਨੇ ਉਹਨਾਂ ਨੂੰ ਕਿਹਾ, ਅਰੇ ਸ਼ੀਤਲ, ਤੂੰ ਮੈਨੂੰ ਆਪਣੇ ਪੁਸ਼ਤੈਨੀ ਗਹਿਣੇ ਦੇ ਕੇ ਤਾਂ ਜਾ ਰਹੀ ਹੈ, ਪਰ ਮੈਂ ਇਸ ਉਮਰ ਵਿੱਚ ਇਹਨਾਂ ਜੇਵਰਾਂ ਦਾ ਕਿਆ ਕਰੂੰਗੀ। ਉਦੋਂ ਸ਼ੀਤਲ ਜੀ ਬੋਲੀ, ਇਹ ਵੀ ਕੋਈ ਪੁੱਛਣੇ ਵਾਲੀ ਗੱਲ ਹੈ। ਵੈਸੇ ਤਾਂ ਤੇਰੀ ਦੋਵੇਂ ਨੂੰਹਾਂ ਬਹੁਤ ਚੰਗੀ ਹਨ, ਪਰ ਜੋ ਜ਼ਿਆਦਾ ਸੇਵਾ ਕਰੇ ਉਸੀ ਨੂੰ ਦੇ ਦੇਣਾ। ਇਹ ਜਿਹਾ ਕਹਿ ਕੇ ਸ਼ੀਤਲ ਜੀ ਤਾਂ ਚਲੀ ਗਈ, ਪਰ ਜੋ ਕੰਮ ਉਹ ਕਰਕੇ ਗਈ ਸੀ ਉਸ ਦਾ ਅਸਰ ਉਸੀ ਦਿਨ ਤੋਂ ਦਿਖਣਾ ਸ਼ੁਰੂ ਹੋ ਗਿਆ। ਅਮਨ ਅਤੇ ਸ਼ਾਂਤੀ ਦੋਵੇਂ ਨੂੰਹਾਂ ਨੇ ਸਿਮਰਨ ਜੀ ਦਾ ਸਮਾਨ ਸਟੋਰ ਰੂਮ ਵਿੱਚ ਤੋਂ ਕੱਢ ਕੇ ਵਾਪਿਸ ਉਹਨਾਂ ਦੇ ਪੁਰਾਣੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਅਤੇ ਕਮਰੇ ਨੂੰ ਚੰਗੇ ਨਾਲ ਸਜਾ ਦਿੱਤਾ। ਹੁਣ ਸਿਮਰਨ ਜੀ ਨੂੰ ਦੁਬਾਰਾ ਤੋਂ 3 ਵਕਤ ਦਾ ਖਾਣਾ ਨਸੀਬ ਹੋਣ ਲੱਗਾ ਸੀ। ਸ਼ੀਤਲ ਜੀ ਦੇ ਦੁਆਰਾ ਦਿੱਤੇ ਗਏ ਸੰਦੂਕ ਪਰ ਪਹਿਲਾਂ ਤੋਂ ਹੀ ਇੱਕ ਤਾਲਾ ਜੜਿਆ ਸੀ। ਉਸਦੀ ਚਾਬੀ ਸਿਮਰਨ ਜੀ ਨੇ ਸੰਭਾਲ ਕੇ ਰੱਖ ਦਿੱਤੀ। ਸਿਮਰਨ ਜੀ ਨੇ ਉਸ ਸੰਦੂਕ ਨੂੰ ਆਪਣੀ ਪੇਟੀ ਵਿੱਚ ਰੱਖ ਕੇ ਉਸ ਪਰ ਵੀ ਇੱਕ ਬੜਾ ਜਿਹਾ ਤਾਲਾ ਜੜ ਦਿੱਤਾ, ਜਿਸ ਦੀ ਚਾਬੀ ਹਮੇਸ਼ਾ ਉਹਨਾਂ ਦੇ ਕੋਲ ਰਹਿੰਦੀ ਸੀ। ਹੁਣ ਦੋਵੇਂ ਨੂੰਹਾਂ ਸਮਝ ਚੁੱਕੀ ਸੀ ਕਿ ਉਹਨਾਂ ਦੀ ਸੱਸ ਇੰਨੀ ਆਸਾਨੀ ਨਾਲ ਤਾਂ ਗਹਿਣੇ ਨਹੀਂ ਨਿਕਾਲੇਗੀ, ਪਰ ਦੋਵਾਂ ਨੇ ਠਾਣ ਲਿਆ ਸੀ ਕਿ ਉਹ ਆਪਣੀ ਸੱਸ ਦਾ ਦਿਲ ਜਿੱਤ ਕੇ ਹੀ ਰਹੇਗੀ। ਉਸ ਦਿਨ ਦੇ ਬਾਅਦ ਤੋਂ ਤਾਂ ਨੂੰਹਾਂ ਮਾਂ ਜੀ ਕਰਦੇ ਨਹੀਂ ਥੱਕਦੀ ਸੀ। ਦੋਵੇਂ ਨੂੰਹਾਂ ਵਿੱਚ ਆਪਣੀ ਸੱਸ ਦੀ ਸੇਵਾ ਕਰਨੇ ਦੀ ਹੋੜ ਜਿਹੀ ਲੱਗ ਗਈ। ਜਿੱਥੇ ਪਹਿਲਾਂ ਪੂਰੇ ਘਰ ਦੀ ਸਫਾਈ, ਭਾਂਡੇ ਅਤੇ ਕੱਪੜਿਆਂ ਦਾ ਜ਼ਿੰਮਾ ਸਿਮਰਨ ਜੀ ਦੇ ਸਿਰ ਮੜ ਦਿੱਤਾ ਗਿਆ ਸੀ, ਉੱਥੇ ਹੁਣ ਇਹ ਸਾਰੇ ਕੰਮ ਵਾਪਿਸ ਦੋਵੇਂ ਨੂੰਹਾਂ ਨੇ ਸੰਭਾਲ ਲਏ ਸੀ। ਉਹ ਦੋਵੇਂ ਉਹਨਾਂ ਦੇ ਖਾਣੇ ਪੀਣੇ ਦਾ ਇੰਨਾ ਖਿਆਲ ਰੱਖਣ ਲੱਗੀ ਕਿ ਸਿਮਰਨ ਜੀ ਦੀ ਸਿਹਤ ਪਹਿਲਾਂ ਤੋਂ ਚੰਗੀ ਹੋ ਗਈ। ਹੁਣ ਸਿਮਰਨ ਜੀ ਹਰ ਰੋਜ਼ ਸ਼ਾਮ ਨੂੰ ਮੰਦਿਰ ਜਾਂਦੀ ਅਤੇ ਉੱਥੇ ਹੀ ਮੰਦਿਰ ਦੇ ਆਂਗਣ ਵਿੱਚ ਬੈਠ ਕੇ ਕੁਝ ਸਮੇਂ ਆਪਣੀ ਸਹੇਲੀ ਸ਼ੀਤਲ ਦੇ ਨਾਲ ਹਾਲ-ਚਾਲ ਵੰਡਦੀ। ਦੋਵੇਂ ਸਹੇਲੀਆਂ ਆਪਣੇ ਬਚਪਨ ਨੂੰ ਯਾਦ ਕਰਕੇ ਹੱਸਦੀ ਗੱਲਾਂ ਕਰਦੀ। ਹੁਣ ਉਹ ਸਿਮਰਨ ਜੀ ਜੋ ਪਤੀ ਦੀ ਮੌਤ ਦੇ ਬਾਅਦ ਆਪਣਾ ਜੀਵਨ ਵਿਅਰਥ ਸਮਝਣ ਲੱਗੀ ਸੀ, ਉਹਨਾਂ ਦੇ ਦਿਲ ਵਿੱਚ ਜੀਣੇ ਦੀ ਚਾਹ ਵਾਪਿਸ ਆ ਗਈ ਸੀ। ਅੱਜ ਆਪਣੇ ਕਮਰੇ ਵਿੱਚ ਆਰਾਮ ਫਰਮਾਉਂਦੇ ਹੋਏ ਸਿਮਰਨ ਜੀ ਆਪਣੀ ਸਹੇਲੀ ਨੂੰ ਦਿਲ ਤੋਂ ਦੁਆਵਾਂ ਦੇ ਰਹੀ ਸੀ ਅਤੇ ਸੋਚ ਰਹੀ ਸੀ ਕਿ ਜੇਕਰ ਸ਼ੀਤਲ ਮੇਰੀ ਜ਼ਿੰਦਗੀ ਵਿੱਚ ਵਾਪਿਸ ਨਾ ਆਉਂਦੀ ਤਾਂ ਮੈਂ ਅੱਜ ਵੀ ਦੁੱਖ ਭਰੀ ਜ਼ਿੰਦਗੀ ਜੀਣੇ ਪਰ ਮਜਬੂਰ ਹੁੰਦੀ। ਦੋਵੇਂ ਨੂੰਹਾਂ ਸਮਝਦੀ ਹਨ ਕਿ ਇਸ ਸੰਦੂਕ ਵਿੱਚ ਲੱਖਾਂ ਦੇ ਗਹਿਣੇ ਹਨ, ਪਰ ਜਾਂ ਤਾਂ ਸ਼ੀਤਲ ਜਾਣਦੀ ਹੈ ਜਾਂ ਫਿਰ ਮੈਂ, ਕਿਉਂਕਿ ਉਸ ਸੰਦੂਕ ਵਿੱਚ ਅਖਬਾਰ ਵਿੱਚ ਲਿਪਟੇ ਹੋਏ ਪੱਥਰਾਂ ਦੇ ਇਲਾਵਾ ਹੋਰ ਕੁਝ ਨਹੀਂ ਹੈ। ਪਰ ਕੁਝ ਨਾ ਦੇ ਕੇ ਵੀ ਸ਼ੀਤਲ ਨੇ ਮੈਨੂੰ ਬਹੁਤ ਕੁਝ ਦੇ ਦਿੱਤਾ। ਹੁਣੇ ਇਹ ਸਭ ਸੋਚ ਹੀ ਰਹੀ ਸੀ ਕਿ ਉਹਨਾਂ ਦੇ ਕੰਨਾਂ ਵਿੱਚ ਛੋਟੀ ਨੂੰਹ ਦੀ ਆਵਾਜ਼ ਆਈ, ਮਾਂ ਜੀ, ਇਹ ਲਵੋ, ਤੁਹਾਡੇ ਲਈ ਬਦਾਮ ਵਾਲਾ ਦੁੱਧ ਬਣਾ ਕੇ ਲਿਆਈ ਹਾਂ। ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।